25 ਤਰੀਕ ਦੀ ਰਾਤ ਨੂੰ ਤਕਰੀਬਨ 8 ਵਜੇ ਕੁਝ ਨੌਜਵਾਨ ਜਾਂਦੇ ਆ, ਉਹ ਸਟੇਜ ਤੇ ਕਬਜ਼ਾ ਕਰ ਲੈਂਦੇ ਆ। ਉਹਨਾਂ ਆਗੂਆਂ ਨੇ ਕਿਹਾ ਵੀ ਇਹ ਲਗਾਤਾਰ ਕਾਫੀ ਸਮੇਂ ਤੋਂ ਕਹਿ ਰਿਹਾ ਵੀ ਆਗੂ ਆਉਣ ਇੱਥੇ ਤੇ ਆ ਕੇ ਸਾਡੀਆਂ ਗੱਲਾਂ ਦਾ ਜਵਾਬ ਦੇਣ, ਤੇ ਕੋਈ ਵੀ ਆਗੂ ਕੋਈ ਜਥੇਬੰਦੀ ਦਾ ਪਹੁੰਚਿਆ ਨਹੀਂ ਇੱਥੇ। ਜੇ ਤੂੰ ਇਕੱਲਾ ਜਾਏਗਾ ਤੇਰੀ ਕਿਸੇ ਨੇ ਨਹੀਂ ਸੁਣਨੀ। ਨੌਜਵਾਨ ਇਸ ਵੇਲੇ ਸੁਣਨ ਦੇ ਮੂਡ 'ਚ ਨਹੀਂ, ਬਹੁਤ ਗੁੱਸੇ 'ਚ ਆ, ਤੇ ਜਾ ਕੇ ਐਵੇਂ ਆਪਦੀ ਬੇਇੱਜ਼ਤੀ ਕਰਾਏਗਾ। ਰਜਿੰਦਰਜੀਤ ਸਿੰਘ ਵਾਲਾ ਮੈਨੂੰ ਜਾਂਦੇ ਨੂੰ ਕਹਿੰਦਾ ਵੀ ਤੁਹਾਡੀ ਆਗੂ ਸੁਖਵਿੰਦਰ ਕੌਰ ਜੋ ਆਪਣੀ ਜਥੇਬੰਦੀ ਦੀ ਸੂਬਾ ਕਮੇਟੀ ਮੈਂਬਰ ਆ, ਵੀ ਉਹ ਸਟੇਜ ਤੋਂ ਬੋਲ ਰਹੀ ਆ। ਸਟੇਜ ਤੇ ਜਿਹੜੇ ਨੌਜਵਾਨ ਸੀਗੇ, ਇਸ ਤੋਂ ਬਾਅਦ ਦੀਪ ਸਿੱਧੂ ਵੀ ਪਹੁੰਚ ਜਾਂਦਾ। ਉਹ ਇੱਕ ਕਮੇਟੀ ਬਣਾਉਂਦੇ ਆ ਜਿਹਦੇ ਵਿੱਚ ਦੀਪ ਸਿੱਧੂ, ਲੱਖਾ ਸਿਧਾਣਾ, ਡਾਕਟਰ ਉਦੋਂ ਕੇ, ਵੀਰ ਸਿੰਘ ਤੇ ਇੱਕ ਨਿਹੰਗ ਜਥੇਬੰਦੀ ਦਾ ਆਗੂ ਰਾਜਾ ਰਾਮ ਸਿੰਘ, ਉਹ 5 ਮੈਂਬਰੀ ਕਮੇਟੀ ਬਣਾ ਕੇ ਕੁਛ ਸਾਥੀਆਂ ਦਾ ਇਹ ਸੀ ਵੀ ਆਪਾਂ ਨੂੰ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ, ਹੁਣੇ ਹੀ ਵਲੰਟੀਅਰ ਇਕੱਠੇ ਕਰਕੇ ਤੇ ਇਹਨਾਂ ਨੂੰ ਖਦੇੜਨਾ ਚਾਹੀਦਾ, ਇੱਕ ਤਰ੍ਹਾਂ ਦਾ ਕਬਜ਼ਾ ਲੈਣਾ ਚਾਹੀਦਾ ਵਾ ਸਟੇਜ ਤੇ। ਹਾਂ ਵੀ ਕਿਸਾਨ ਭਰਾਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀ ਵੀ ਕੀ ਇਲਜ਼ਾਮ ਲੱਗੇ ਆ ਤੇ ਆਪਾਂ ਹੁਣ ਤੱਕ ਸਟੇਜ ਤੇ ਕਿਉਂ ਨਹੀਂ ਬੋਲਦੇ, ਮੀਟਿੰਗਾਂ 'ਚ ਕਿਉਂ ਨਹੀਂ ਜਾਂਦੇਗੇ। ਸੋ ਪਿਛਲੀ ਵੀਡੀਓ 'ਚ ਆਪਾਂ ਕਿਹਾ ਸੀਗਾ ਵੀ 26 ਤਰੀਕ ਨੂੰ ਕੀ ਹੋਇਆ ਉਹ ਆਪਾਂ ਸਾਂਝਾ ਕਰਾਂਗੇ। ਸੋ ਅੱਜ ਆਪਾਂ ਉਹ ਗੱਲਬਾਤ ਸਾਂਝੀ ਕਰਾਂਗੇ। ਉਹ ਸਾਥੀਓ 26 ਤਰੀਕ ਦੀ ਗੱਲ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਆਪਾਂ ਨੂੰ ਪਿਛਲੀ ਗੱਲ ਨਾਲ ਜੋੜਨੀ ਪਊਗੀ, ਕਿਉਂਕਿ ਜਦੋਂ ਪਿਛਲੀ ਵੀਡੀਓ 'ਚ ਆਪਾਂ ਦੱਸਿਆ ਸੀਗਾ ਕਿ ਸਾਰਿਆਂ ਦਾ ਜਿਹੜੇ ਇੱਥੇ ਜਿਵੇਂ ਅਸੀਂ ਐਲਾਨ ਕਰਕੇ ਸੱਦਿਆ ਸੀਗਾ ਸਾਰਿਆਂ ਨੂੰ ਵੀ 26 ਤਰੀਕ ਨੂੰ ਸਾਰੇ ਪੰਜਾਬ 'ਚੋਂ ਵੱਧ ਤੋਂ ਵੱਧ ਗਿਣਤੀ 'ਚੋਂ ਆਓ ਤੇ ਆਪਾਂ ਰਿੰਗ ਰੋਡ ਤੇ ਕਰਾਂਗੇ ਮਾਰਚ। ਸੋ ਜਨਤਾ ਵੱਡੀ ਪੱਧਰ ਤੇ ਉਸ ਗੱਲ ਨਾਲ ਜੁੜ ਕੇ ਆਈ। 26 ਤੋਂ ਬਾਅਦ 24 ਤਰੀਕ ਤੋਂ ਲੈ ਕੇ ਮੁੜ ਕੇ ਜਦੋਂ ਪੁਲਿਸ ਨੇ ਦਿੱਤਾ ਵੀ ਤੁਸੀਂ ਰਿੰਗ ਰੋਡ ਤੇ ਨਾ ਜਾਓ, ਉਹ ਇੱਕ ਰਿੰਗ ਰੋਡ ਤੋਂ ਥੱਲੇ ਵਾਲਾ ਰਸਤਾ ਜਾਂ ਰਿੰਗ ਰੋਡ ਤੋਂ ਅਲੱਗ ਰਸਤਾ ਜਿਹੜਾ ਆਗੂ ਆਪਣੇ ਲੈ ਕੇ ਆਏ, ਤੇ ਜਿਹਦੇ ਕਰਕੇ ਨੌਜਵਾਨਾਂ ਦੇ ਵਿੱਚ ਕਾਫੀ ਸੀਗਾ ਗੁੱਸਾ ਵੀ ਅਸੀਂ ਤਾਂ ਰਿੰਗ ਰੋਡ ਤੇ ਜਾਣਾ ਵਾ। ਇਹਦੇ ਨਾਲ ਜੋੜ ਕੇ ਜਿਹੜਾ ਆਪਾਂ ਆਗੂਆਂ ਕੋਲ ਰਾਏ ਰੱਖੀ ਸੀ ਬੜੀ ਜ਼ੋਰਦਾਰ ਢੰਗ ਨਾਲ ਵੀ ਤੁਸੀਂ ਅਗਲਾ ਪ੍ਰੋਗਰਾਮ ਦਿਓ ਤਾਂ ਕਿ ਨੌਜਵਾਨ ਜਿਹੜੇ ਪੰਜਾਬ ਤੋਂ ਚੱਲ ਕੇ ਆਏ ਆ ਉਹ ਰੁਕ ਸਕਣ ਤੇ ਉਹਨਾਂ ਨੂੰ ਐ ਨਾ ਲੱਗੇ ਵੀ ਅਸੀਂ ਤਾਂ ਦਿੱਲੀ ਤੋਂ ਬਾਹਰ ਹੀ ਮਾਰਚ ਕਰਕੇ ਇੱਥੋਂ ਹੀ ਵਾਪਸ ਮੁੜ ਜਾਾਂਗੇ, ਇਹ ਗੱਲ ਨਾ ਜਾਵੇ ਉਹਨਾਂ 'ਚ। ਸੋ ਉਹਦੇ 'ਚੋਂ 1 ਤਰੀਕ ਨੂੰ ਸੰਸਦ ਵੱਲ ਮਾਰਚ ਕਰਨ ਦਾ ਜਿਹੜਾ ਸੱਦਾ ਆਇਆ। ਇਸ ਤੋਂ ਬਾਅਦ ਆਉਣੇ ਆਪਾਂ ਜਦੋਂ 25 ਤਰੀਕ ਦੀ ਰਾਤ ਨੂੰ 25 ਤਰੀਕ ਦੀ ਰਾਤ ਨੂੰ ਤਕਰੀਬਨ 8 ਵਜੇ ਕੁਝ ਨੌਜਵਾਨ ਜਾਂਦੇ ਆ, ਉਹ ਸਟੇਜ ਤੇ ਕਬਜ਼ਾ ਕਰ ਲੈਂਦੇ ਆ। ਸਪੀਕਰ ਸਾਰੇ ਦੂਰ ਤੱਕ ਚੱਲ ਰਹੇ ਸੀਗੇ, ਸੋ ਉਹੀ ਰੌਲਾ ਸਪੀਕਰ ਚੱਲਦੇ ਹੋਣ ਕਰਕੇ ਸਾਰੇ ਦੂਰ ਤੱਕ ਸੁਣਿਆ ਸਾਰੇ ਲੋਕਾਂ ਨੂੰ। ਅਸੀਂ ਵੀ ਉਹ ਰੌਲਾ ਸੁਣ ਕੇ ਜਦੋਂ ਸਟੇਜ ਵੱਲ ਨੂੰ ਗਏ ਆ ਪਤਾ ਕਰੀਏ, ਕਿਉਂਕਿ ਲਗਾਤਾਰ ਅਨਾਉਂਸਮੈਂਟ ਹੋਈਆਂ ਸੀ ਆਗੂ ਇੱਥੇ ਪਹੁੰਚਣ, ਆਗੂ ਪਹੁੰਚ ਕੇ ਸਾਡਾ ਸਵਾਲਾਂ ਜਵਾਬ ਦੇਣ। ਜਦੋਂ ਅਸੀਂ ਉੱਥੇ ਨੇੜੇ ਪਹੁੰਚੇ, ਮੇਰੇ ਨਾਲ 2 ਸਾਥੀ ਹੋਰ ਸੀਗੇ ਤੇ ਕੁਝ ਸਾਥੀ ਸਾਨੂੰ ਅੱਗੋਂ ਮਿਲੇ, ਹਜੇ ਅਸੀਂ ਸਟੇਜ ਦੇ ਵਿੱਚ ਕੋਲੇ ਪਹੁੰਚਣ ਵਾਲੇ ਸੀ। ਉਹਨਾਂ ਨੇ ਪੁੱਛਿਆ ਵੀ ਪ੍ਰਧਾਨ ਤੂੰ ਕਿੱਧਰ ਜਾ ਰਿਹਾ ਵਾ, ਤੇ ਮੈਂ ਉਹਨਾਂ ਨੂੰ ਆਖਿਆ ਵੀ ਯਾਰ ਸਟੇਜ ਤੇ ਐਂ ਕਰਕੇ ਰੌਲਾ ਪੈ ਰਿਹਾ ਤੇ ਆਪਾਂ ਨੂੰ ਜਾ ਕੇ ਕੰਟਰੋਲ ਕਰਨਾ ਚਾਹੀਦਾ। ਉਹਨਾਂ ਆਗੂਆਂ ਨੇ ਕਿਹਾ ਵੀ ਇਹ ਲਗਾਤਾਰ ਕਾਫੀ ਸਮੇਂ ਤੋਂ ਕਹਿ ਰਿਹਾ ਵੀ ਆਗੂ ਆਉਣ ਇੱਥੇ ਤੇ ਆ ਕੇ ਸਾਡੀਆਂ ਗੱਲਾਂ ਦਾ ਜਵਾਬ ਦੇਣ, ਤੇ ਕੋਈ ਵੀ ਆਗੂ ਕੋਈ ਜਥੇਬੰਦੀ ਦਾ ਪਹੁੰਚਿਆ ਨਹੀਂ ਇੱਥੇ। ਜੇ ਤੂੰ ਇਕੱਲਾ ਜਾਏਗਾ ਤੇਰੀ ਕਿਸੇ ਨੇ ਨਹੀਂ ਸੁਣਨੀ। ਨੌਜਵਾਨ ਇਸ ਵੇਲੇ ਸੁਣਨ ਦੇ ਮੂਡ 'ਚ ਨਹੀਂ, ਬਹੁਤ ਗੁੱਸੇ 'ਚ ਆ, ਤੇ ਜਾ ਕੇ ਐਵੇਂ ਆਪਦੀ ਬੇਇੱਜ਼ਤੀ ਕਰਾਏਗਾ। ਤੇਰੇ ਇਕੱਲੇ ਤਾਂ ਜਾਣ ਦਾ ਕੋਈ ਫਾਇਦਾ ਨਹੀਂ। ਹਾਂ, ਜੇ ਤੁਸੀਂ ਸਾਰੇ ਆਗੂ ਆ ਕੇ ਆਪਦੀ ਗੱਲ ਰੱਖੋ ਤਾਂ ਵੱਖਰੀ ਗੱਲ ਆ। ਸੋ ਉਹਨਾਂ ਨੇ ਜਿੱਦ ਕਰਕੇ ਉੱਥੇ ਵੀ ਤੂੰ ਨਾ ਜਾ, ਮੈਨੂੰ ਮੋੜਿਆ, ਮੈਂ ਵਾਪਸ ਮੁੜਿਆ ਆ। ਉਦੋਂ ਤੱਕ ਮੈਸੇਜ ਲੱਗ ਗਿਆ ਸੀਗਾ ਜਿਹੜਾ ਬੱਤੀਆਂ ਦਾ WhatsApp ਗਰੁੱਪ ਆ ਵੀ ਸਾਰੇ ਕਿਸਾਨ ਆਗੂ ਇਕੱਠੇ ਹੋਵੋ, ਇੱਥੇ ਵਾਈਟ ਹਾਊਸ ਹੋਟਲ ਆ ਜਿਹੜਾ, ਉਹਦੇ 'ਚ ਮੀਟਿੰਗ ਕਰਨੀ ਆ। ਚਲੋ ਮੈਂ ਤੇ ਇੱਕ ਹੋਰ ਸੀਨੀਅਰ ਸਾਥੀ ਅਸੀਂ ਜਦੋਂ ਉਸ ਮੀਟਿੰਗ 'ਚ ਪਹੁੰਚੇ ਤੇ ਰਜਿੰਦਰਜੀਤ ਸਿੰਘ ਵਾਲਾ ਮੈਨੂੰ ਜਾਂਦੇ ਨੂੰ ਕਹਿੰਦਾ ਵੀ ਤੁਹਾਡੀ ਆਗੂ ਸੁਖਵਿੰਦਰ ਕੌਰ ਜੋ ਆਪਣੀ ਜਥੇਬੰਦੀ ਦੀ ਸੂਬਾ ਕਮੇਟੀ ਮੈਂਬਰ ਆ, ਵੀ ਉਹ ਸਟੇਜ ਤੋਂ ਬੋਲ ਰਹੀ ਆ। ਚਲੋ ਅਸੀਂ ਬੜੇ ਹੈਰਾਨਗੀ ਨਾਲ ਕਿਹਾ ਉਹਨੂੰ ਵੀ ਉਹ ਤਾਂ ਪਤਾ ਵੀ ਨਹੀਂ ਇਸ ਗੱਲ ਦਾ, ਉਹ ਤਾਂ KFC ਦੇ ਵਿੱਚ ਉਹ ਤਾਂ ਮਤਲਬ ਸੁੱਤੀ ਪਈ ਹੋਣੀ ਆ, ਤੁਸੀਂ ਕਹਿ ਰਹੇ ਉਹ ਸਟੇਜ ਤੋਂ ਬੋਲ ਰਹੀ ਆ। ਚਲੋ ਇਹ ਗੱਲ ਉੱਥੇ ਹੀ ਠੱਪ ਹੋ ਗਈ। ਅਸੀਂ ਆਪਦੇ ਵੱਲੋਂ ਦੱਸਤਾ ਵੀ ਕੋਈ ਸਾਡੇ ਹੈ ਨਹੀਂਗਾ ਉੱਥੇ। ਉਸ ਤੋਂ ਬਾਅਦ ਮੀਟਿੰਗ ਹੁੰਦੀ ਆ, ਹਾਲਾਤ ਤੇ ਚਰਚਾ ਹੁੰਦੀ ਆ। ਇੰਨੇ ਨੂੰ ਇੱਥੇ
ਸਟੇਜ ਤੇ ਜਿਹੜੇ ਨੌਜਵਾਨ ਸੀਗੇ, ਇਸ ਤੋਂ ਬਾਅਦ ਦੀਪ ਸਿੱਧੂ ਵੀ ਪਹੁੰਚ ਜਾਂਦਾ। ਉਹ ਇੱਕ ਕਮੇਟੀ ਬਣਾਉਂਦੇ ਆ ਜਿਹਦੇ ਵਿੱਚ ਦੀਪ ਸਿੱਧੂ, ਲੱਖਾ ਸਿਧਾਣਾ, ਡਾਕਟਰ ਉਦੋਕੇ, ਵੀਰ ਸਿੰਘ ਤੇ ਇੱਕ ਨਿਹੰਗ ਜਥੇਬੰਦੀ ਦਾ ਆਗੂ ਰਾਜਾ ਰਾਮ ਸਿੰਘ। ਉਹ 5 ਮੈਂਬਰੀ ਕਮੇਟੀ ਬਣਾ ਕੇ ਤੇ ਇੱਕ 4 ਬੰਦਿਆਂ ਦਾ ਵਫਦ, ਜਿਹਦੇ 'ਚ ਮਨਧੀਰ ਸਿੰਘ, ਅਜੇਪਾਲ ਸਿੰਘ, ਬਾਬਾ ਹਰਦੀਪ ਤੇ ਇੱਕ ਸਾਥੀ ਹੋਰ, ਉਹ ਸਾਡੇ ਕੋਲੇ ਭੇਜਦੇ ਆ ਚਾਰਾਂ ਨੂੰ। ਉਹ ਚਾਰੇ ਆ ਕੇ ਸਾਨੂੰ ਕਹਿੰਦੇ ਵੀ ਅਸੀਂ ਉਹਨਾਂ ਦਾ ਸਟੇਜ ਤੋਂ ਕਮੇਟੀ ਬਣਾਈ ਆ ਉਹਨਾਂ ਨੇ, ਨੌਜਵਾਨਾਂ ਨੇ, ਤੇ ਅਸੀਂ ਉਹਦਾ ਸੁਨੇਹਾ ਲੈ ਕੇ ਆਏ ਤੁਹਾਡੇ ਕੋਲੇ। ਅਸੀਂ ਕਿਹਾ ਵੀ ਕੀ ਸੁਨੇਹਾ ਲੈ ਕੇ ਆਏ ਆ? ਉਹ ਕਹਿੰਦੇ ਵੀ ਕਮੇਟੀ ਵਾਲੇ ਨੌਜਵਾਨ ਕਹਿੰਦੇ ਆ ਵੀ ਆਹ ਸਾਡੀ ਕਮੇਟੀ ਆ, ਇਹਦੇ ਨਾਲ ਤੁਸੀਂ ਕਿਸਾਨ ਜਥੇਬੰਦੀਆਂ ਵਾਲੇ ਗੱਲ ਕਰੋ ਕੱਲ੍ਹ ਵਾਲੇ ਪ੍ਰੋਗਰਾਮ ਬਾਰੇ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਪਾਸੇ ਬੈਠੋ ਤੇ ਅਸੀਂ ਵਿਚਾਰ ਕੇ ਦੱਸਦੇ ਹਾਂ। ਚਲੋ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੁੰਦੀ ਆ। ਕੁਛ ਸਾਥੀਆਂ ਦਾ ਇਹ ਸੀ ਵੀ ਆਪਾਂ ਨੂੰ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ, ਹੁਣੇ ਹੀ ਵਲੰਟੀਅਰ ਇਕੱਠੇ ਕਰਕੇ ਤੇ ਇਹਨਾਂ ਨੂੰ ਖਦੇੜਨਾ ਚਾਹੀਦਾ, ਇੱਕ ਤਰ੍ਹਾਂ ਦਾ ਕਬਜ਼ਾ ਲੈਣਾ ਚਾਹੀਦਾ ਵਾ ਸਟੇਜ ਤੇ। ਆਪਾਂ ਉਹਦੀ ਰਾਏ ਰੱਖੀ ਵੀ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਆ, ਕਿਉਂਕਿ ਜਿੱਡਾ ਵੱਡਾ 26 ਦਾ ਅਸੀਂ ਪ੍ਰੋਗਰਾਮ ਨੂੰ ਰੱਖੀ ਬੈਠੇ ਆ ਤੇ ਕੁਛ ਘੰਟੇ ਬਚੇ ਆ, ਇਹ ਰਾਤ ਨੂੰ 11 11:30 ਵਜੇ ਦੀ ਗੱਲ ਆ, ਵੀ ਜੇ ਹੁਣ ਟਕਰਾਅ ਆਇਆ ਤੇ ਬਹੁਤ ਕੰਮ ਖਰਾਬ ਹੋ ਜੂ, ਖਿੱਲਰ ਜੂ। ਆਪਣੇ ਕੋਈ ਦੁਸ਼ਮਣ ਨਹੀਂ, ਉਹ ਆਪਣੇ ਮੁੰਡੇ, ਚਲੋ ਉਹਨਾਂ ਨੂੰ ਕਿਹੜੀ ਗੱਲ ਆਪਣੀ ਪਸੰਦ ਨਹੀਂ ਆਏਗੀ, ਆਪਾਂ ਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ। ਉੱਥੇ ਚਲੋ ਵੱਡੀ ਗਿਣਤੀ 'ਚ ਰਹੇ ਇਹ ਸੀ ਵੀ ਨਹੀਂ ਗੱਲਬਾਤ ਕਰਨੀ ਚਾਹੀਦੀ, ਇਹਨਾਂ ਨਾਲ ਕਬਜ਼ਾ ਲੈਣਾ ਚਾਹੀਦਾ। ਤੇ ਕਬਜ਼ੇ ਵਾਲੀ ਗੱਲ ਵੀ ਆਪਾਂ ਰੱਦ ਕਰਤੀ ਸੀ ਵੀ ਸਵੇਰੇ ਜੇ ਕੋਈ ਕਬਜ਼ੇ ਸਟੇਜ ਤੇ ਜਾਣਾ ਵੀ ਆ, ਕਬਜ਼ਾ ਕਰਨਾ ਵੀ ਸਵੇਰੇ ਜਾਣਾ ਚਾਹੀਦਾ, ਰਾਤ ਨੂੰ ਸਾਨੂੰ ਜਾ ਕੇ ਉੱਥੇ ਲੜਾਈ ਵਾਲਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ। ਬੇਸ਼ੱਕ ਉੱਥੇ ਬਹੁਤ ਗਿਣਤੀ ਨੇ ਐਂ ਕਿਹਾ ਵੀ ਕੋਈ ਗੱਲ ਨਹੀਂ ਕਰਨੀ ਚਾਹੀਦੀ, ਪਰ ਜਗਜੀਤ ਸਿੰਘ ਡੱਲੇਵਾਲ ਦੀ ਅਪੀਲ ਤੇ ਉੱਥੇ ਇਹ ਬਣ ਗਿਆ ਵੀ ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ। ਇਸ ਤੋਂ ਬਾਅਦ ਉਹਨਾਂ ਨੂੰ ਸੁਨੇਹਾ ਭੇਜਿਆ ਜਾਂਦਾ ਵਾ ਵੀ ਤੁਸੀਂ ਭਾਈ ਆਓ ਤੇ ਗੱਲਬਾਤ ਕਰੋ। ਇਹ ਬਲਦੇਵ ਸਿਰਸਾ ਜਿਹੜਾ ਕਿਸਾਨ ਆਗੂ ਆ ਉਹਦੇ ਰਾਹੀਂ 2 ਵਜੇ ਤੱਕ ਉੱਥੇ ਬੰਦੇ ਬੈਠੇ ਵੀ ਰਹਿੰਦੇ ਆ, ਉਹ ਸਾਥੀ ਨਹੀਂ ਆਉਂਦੇਗੇ, ਕੋਈ ਗੱਲਬਾਤ ਕਰਨ ਨਹੀਂ ਆਉਂਦੇਗੇ। ਉਹਦਾ ਹੁਣ ਬਾਅਦ 'ਚ ਪਤਾ ਲੱਗਾ ਵਾ, ਮੈਂ ਡਾਕਟਰ ਉਦੋਕੇ ਦੀ ਸੁਣੀ ਸੀਗੀ ਵੀਡੀਓ, ਉਹ ਕਹਿ ਰਿਹਾ ਵੀ ਸਾਨੂੰ ਬਾਰ-ਬਾਰ ਕਿਤੇ ਹੋਰ ਥਾਂ ਸੱਦਿਆ ਗਿਆ, ਕਿਤੇ ਹੋਰ ਥਾਂ ਸੱਦਿਆ ਗਿਆ। ਹੁਣ ਇਸ ਗੱਲ 'ਚ ਕੀ ਸੱਚਾਈ ਆ, ਇਹ ਤਾਂ ਜਿਹੜੇ ਸੰਨ 'ਚ ਬੰਦੇ ਆ ਬਲਦੇਵ ਸਿੰਘ ਸਿਰਸਾ ਵਰਗੇ, ਉਹੀ ਸਾਫ਼ ਕਰ ਸਕਦੇ ਆ। ਚਲੋ ਸੁਬਾਹ ਤੈਅ ਹੋਇਆ ਸੀਗਾ ਵੀ 100 ਵਲੰਟੀਅਰ ਲੈ ਕੇ ਸਟੇਜ ਤੇ ਜਾਣਾ। 5 ਵਜੇ ਦਾ ਟਾਈਮ ਰੱਖਿਆ ਸੀ। ਅਸੀਂ ਤਕਰੀਬਨ 5 ਵਜੇ ਤਾਂ ਨਹੀਂ, 5:30 ਪੌਣੇ 6 ਵਜੇ ਸਾਰੇ ਵਲੰਟੀਅਰ ਇਕੱਠੇ ਕਰਕੇ ਅਸੀਂ ਸਟੇਜ ਤੇ ਚਲੇ ਜਾਂਦੇ ਹਾਂ। ਜਦੋਂ ਸਟੇਜ ਤੇ ਜਾਂਦੇ ਹਾਂ, ਸਟੇਜ ਪੂਰਾ ਖੱਚਾ ਖੱਚ ਮਗਰੋਂ ਭਰਿਆ ਹੋਇਆ ਸੀ ਤੇ ਵਲੰਟੀਅਰ ਉੱਥੇ ਲੱਗੇ ਹੋਏ ਸੀਗੇ। ਸੋ ਉੱਥੇ ਦੂਜੇ ਬੰਦੇ ਨੂੰ ਤਾਂ ਵੜਨ ਦੇ ਨਹੀਂ ਰਿਹਾ ਸੀ ਅੰਦਰ, ਮੈਂ ਇਕੱਲਾ ਜਾ ਕੇ ਅੰਦਰ ਜਾਂਦਾ ਵਾਂ। ਤੇ ਗੁਰਬਾਣੀ ਚੱਲ ਰਹੀ ਸੀਗੀ, ਕਾਫੀ ਆਗੂ ਆਪਣੀ ਜਥੇਬੰਦੀਆਂ ਦੇ ਉੱਥੇ ਬੈਠੇ ਸੀ ਸਟੇਜ ਤੇ। ਅਸੀਂ ਉੱਥੇ ਤਕਰੀਬਨ 15-20 ਮਿੰਟ, ਅੱਧਾ ਘੰਟਾ ਉੱਥੇ ਗੱਲਾਂ ਪਤਾ ਕਰਦੇ ਰਹਿੰਦੇ ਹਾਂ, ਕੋਈ ਹੋਰ ਸਾਥੀ ਵੀ ਮਿਲਦੇ ਆ। ਉਦੋਂ ਨੂੰ ਉੱਥੇ ਅਸੀਂ ਪਤਾ ਕਰਦੇ ਹਾਂ ਵੀ ਇਹ ਜਿਹੜੀਆਂ ਜੈਕਟਾਂ ਛਪਾਈਆਂ ਸੀਗੀਆਂ, ਅਸੀਂ ਤਕਰੀਬਨ ਪਹਿਲਾਂ ਉਹਦੀ ਗਿਣਤੀ 5000 ਸੀ, ਵੀ ਜਿੰਨੇ ਵਲੰਟੀਅਰ ਹੋਣ ਸਾਡੇ ਜਥੇਬੰਦੀਆਂ ਦੇ ਉਹਨਾਂ ਦੇ ਜੈਕਟਾਂ ਪਾਈਆਂ ਹੋਣ, ਤਾਂ ਕਿ ਉਹ ਜਿੱਡਾ ਵੱਡਾ ਗਿਣਤੀ ਜਨਤਾ ਆ ਰਹੀ ਹੈ, ਵਲੰਟੀਅਰ ਸਾਨੂੰ ਵੱਧ ਚਾਹੀਦੇ ਆ। ਉੱਥੇ ਮੈਂ ਕਈਆਂ ਸਾਥੀਆਂ ਨੂੰ ਪੁੱਛਿਆ ਵੀ ਇਹ ਜਿਹੜੀਆਂ ਜੈਕਟਾਂ ਉਹ ਕਿੱਥੋਂ ਮਿਲਣਗੀਆਂ। ਇੱਕ ਸਾਥੀ ਸ਼ਾਇਦ ਉਹ ਜਮਹੂਰੀ ਕਿਸਾਨ ਸਭਾ ਦਾ, ਉਹਨੇ ਕਿਹਾ ਵੀ ਇੱਥੇ ਕੋਈ ਇਹਨਾਂ ਨੇ ਦਫ਼ਤਰ ਲਿਆ ਵਾ ਤੇ ਉਹ ਦਫ਼ਤਰ 'ਚ ਪਈਆਂ। ਫਿਰ ਇੱਕ ਸਾਥੀ ਆਂਦਾ ਵੀ ਇੱਥੇ ਨਹੀਂ, ਉਹ ਗੁਰੂ ਤੇਗ ਬਹਾਦਰ ਜਿਹੜਾ ਮਗਰ ਮੈਮੋਰੀਅਲ ਬਣਿਆ ਵਾ, ਜਿੱਥੇ ਪਾਰਕ ਬਣਿਆ ਵਾ, ਵੀ ਉੱਥੇ ਦਿੱਤੀਆਂ ਜਾਣਗੀਆਂ। ਚਲੋ ਅਸੀਂ ਬਾਹਰ ਨਿਕਲ ਕੇ ਤੇ 60-70 ਮੇਰੇ ਨਾਲ ਸਾਥੀ ਸੀਗੇ ਤੇ ਅਸੀਂ ਚਲੇ ਜਾਂਦੇ ਹਾਂ ਉੱਥੋਂ ਨਿਕਲ ਕੇ ਗੁਰੂ ਤੇਗ ਬਹਾਦਰ ਮੈਮੋਰੀਅਲ 'ਚ, ਜਿਹਨੂੰ ਇਹਨਾਂ ਨੇ ਬਾਅਦ ਵਿੱਚ ਇਹ ਬਣਾਇਆ ਵੀ ਬਲਦੇਵ ਜੀਰਾ 60-70 ਵਲੰਟੀਅਰ ਲੈ ਕੇ ਉਹਨਾਂ ਦੇ ਕਾਫਲੇ 'ਚ ਸ਼ਾਮਲ ਹੋਇਆ। ਜਦੋਂ ਅਸੀਂ ਉੱਥੇ ਜਾਂਦੇ ਹਾਂ ਤੇ ਉੱਥੇ ਵੀ ਕੋਈ ਹੈ ਨਹੀਂ ਸੀਗਾ ਜੈਕਟਾਂ ਦੇਣ ਵਾਲਾ ਜਾਂ ਕੁਛ ਜੈਕਟਾਂ ਵਾਲਾ, ਕੋਈ ਕੰਮ ਨਹੀਂ ਸੀ ਉੱਥੇ ਵੀ। ਤੇ ਮੈਂ ਆਪਦੇ ਸਾਥੀਆਂ ਨੂੰ ਉੱਥੇ ਖੜਾ ਕਰਕੇ ਮੈਂ ਕਿਹਾ ਮੈਂ ਦੁਬਾਰਾ ਸਟੇਜ ਤੋਂ ਪਤਾ ਕਰਕੇ ਆਉਣਾ ਵਾ। ਮੈਂ ਦੁਬਾਰਾ ਫਿਰ ਸਟੇਜ ਤੇ ਆਇਆ। ਸਟੇਜ ਤੇ ਆ ਕੇ ਜਿਹੜਾ ਇਹਨਾਂ ਦਾ ਕਿਰਤੀ ਕਿਸਾਨ ਯੂਨੀਅਨ ਦਾ, ਮੈਨੂੰ ਪੂਰਾ ਨਾਂ ਨਹੀਂ ਪਤਾ, ਉਹ ਦਾੜੀ ਸ਼ੇਵ ਅਤੇ ਉਹ ਸੰਧੂ ਆਉਂਦੇ ਆ। ਮੈਂ ਉਹਨੂੰ ਪੁੱਛਿਆ ਵੀ ਯਾਰ ਇੱਥੇ ਜਿਹੜੀਆਂ ਆਪਾਂ ਜੈਕਟਾਂ ਛਪਾਈਆਂ ਸੀ ਵਲੰਟੀਅਰ ਦੀਆਂ ਕਿੱਥੇ ਆ? ਉਹ ਕਹਿੰਦਾ ਵੀ ਸਾਨੂੰ ਤਾਂ ਆਪ ਨਹੀਂ ਕੋਈ ਮਿਲੀ। ਪਹਿਲਾਂ ਸ਼ਾਇਦ ਉਹਨੇ ਐਂ ਕਿਹਾ ਵੀ ਯਾਰ ਤੁਹਾਡੇ ਬੰਦੇ ਲੈ ਗਏ। ਮੈਂ ਕਿਹਾ ਕਿ ਸਾਡੇ ਕੋਲ ਤਾਂ ਇੱਕ ਨਹੀਂ ਮਿਲੀ। ਉਹ ਅਸਲ ਵਿੱਚ ਜਿਹੜੀਆਂ ਇੱਕ ਦਿਨ ਪਹਿਲਾਂ ਬਾਬਾ ਜੀ ਕੋਈ ਜੈਕਟਾਂ ਵੰਡ ਕੇ ਗਿਆ ਸੀ, ਉਹਦੀਆਂ ਗੱਲਾਂ ਕਰਦਾ ਸੀ। ਪਰ ਮੈਂ ਉਹਨੂੰ ਜੋ ਸਾਫ਼ ਕੀਤੀ ਗੱਲ, ਮੈਂ ਕਿਹਾ ਜਿਹੜੀਆਂ ਆਪਾਂ ਵਲੰਟੀਅਰਾਂ ਦੀਆਂ ਛਪਾਈਆਂ ਵਾ ਸਾਂਝੀਆਂ, ਉਹ ਪੁੱਛ ਰਿਹਾ ਮੈਂ। ਉਹ ਕਹਿੰਦਾ ਯਾਰ ਵੀ ਸਾਨੂੰ ਤਾਂ ਆਪ ਨਹੀਂ ਮਿਲੀਆਂ। ਚਲੋ ਉੱਥੇ ਹੋਰ ਵੀ 1-2 ਸਾਥੀਆਂ ਨਾਲ ਗੱਲਬਾਤ ਕੀਤੀ ਤੇ ਉਹ ਕੋਲ ਸਾਫ਼ ਨਹੀਂ ਹੋ ਸਕੀ ਕੋਈ ਵੀ। ਤੇ ਇੰਨੇ ਨੂੰ ਮਗਰੋਂ ਸਾਡਾ ਇੱਕ ਸਾਥੀ ਜਿਹੜਾ ਸੀ ਗੁਰੂ ਤੇਗ ਬਹਾਦਰ ਮੈਮੋਰੀਅਲ 'ਚ ਖੜਾ ਸੀ, ਉਹਦਾ ਫੋਨ ਆ ਗਿਆ ਵੀ ਸੰਘਰਸ਼ ਕਮੇਟੀ ਨੇ ਕਾਫਲਾ ਤੋਰਤਾ, ਆਪਣੇ ਕਈ ਨੌਜਵਾਨ ਉਹਨਾਂ ਦੇ ਕਾਫਲੇ ਨਾਲ ਤੁਰ ਗਏ ਆ ਤੇ ਰੁਕ ਨਹੀਂ ਰਹੇ। ਮੈਂ ਉਹਨੂੰ ਕਿਹਾ ਵੀ ਤੂੰ ਇਹਨਾਂ ਸਾਥੀਆਂ ਨੂੰ ਰੋਕ ਕੇ ਰੱਖ ਤੇ ਮੈਂ ਆਉਣਾ ਵਾ। ਥੋੜੇ ਚਿਰ ਬਾਅਦ ਹੀ ਉੱਥੇ ਇੱਕ ਹੋਰ ਫੋਨ ਆਉਂਦਾ ਵਾ ਮੇਰੇ ਮਾਮੇ ਦੇ ਮੁੰਡੇ ਦਾ,
मैं ते रजिंदर इकट्ठे खड़े आ कोले, फोन आउंदा भी इत्थे भाई जिहड़ा अपने स्टेज दे मगर जिथे निंगां दे घोड़े बन्ने आ, जिहड़े बैरीकेड लाए आ, वड्डे वड्डे कंटेनर रखे सी, भी वो नौजवानों नूं तोड़न लग पे। मैं रजिंदर नूं दीप सिंह वाले नूं बोलिया भी मैं कहा तूं अपने स्टेज दे मगर हल्ला गुल्ला हो रहा भी चल आप देखीए। ਇਹ ਮੈਨੂੰ ਆਂਦਾ ਵੀ ਆਪ ਹੋਈ ਜਾਣ ਦੇ ਆਪਾਂ ਨੂੰ ਕੀ ਆ। ਮੈਂ ਕਿਹਾ ਨਹੀਂ ਯਾਰ ਐਂ ਥੋੜੋ ਗੱਲ ਆ ਵੀ ਹੋਈ ਜਾਣ ਦੇ, ਵੀ ਆਪਾਂ ਨੂੰ ਚੱਲ ਕੇ ਵੇਖਣਾ ਚਾਹੀਦਾ। ਮੈਂ ਕਹਿ ਕੇ ਤੁਰ ਪਿਆ। ਮੈਂ ਸੋਚਿਆ ਮੇਰੇ ਮਗਰ ਤੁਰ ਪਿਆ, ਭੀੜ ਜੀ ਕਾਫੀ ਸੀ ਉੱਥੇ। ਚਲੋ ਇਹ ਨਹੀਂ ਤੁਰਿਆ। ਉੱਥੇ ਜਾ ਕੇ ਦੇਖਿਆ ਤੇ ਨੌਜਵਾਨ ਵੱਡੀ ਪੱਧਰ ਤੇ ਜਿਹੜੇ ਛੋਟੇ ਬੈਰੀਕੇਡ ਜਿਹੜੇ ਉਹ ਚੱਕ ਕੇ ਪਰੇ ਕਰਤੇ ਸੀ। ਉਦੋਂ ਤੱਕ ਉਹਨਾਂ ਨੇ ਵੱਡੇ ਕੰਟੇਨਰਾਂ ਨੂੰ ਧੱਕੀ ਫਿਰਦੇ ਸੀ, ਇੱਕ ਦੋ ਮੁੱਦੇ ਮਾਰਤੇ ਸੀ, ਉਹਨਾਂ ਨੇ ਰਾਹ ਖਾਲੀ ਕਰਾਉਣ ਤੇ ਲੱਗੇ ਹੋਏ ਸੀ। ਉੱਥੇ ਸਾਰੇ ਜਥੇਬੰਦੀਆਂ ਦੇ ਨੌਜਵਾਨ ਸੀ, ਸਾਡੇ ਵੀ ਸੀ, ਜਿੰਨੇ ਵੀ ਨੌਜਵਾਨ ਜਥੇਬੰਦੀਆਂ ਦੇ ਸੀਗੇ ਸਾਰੇ ਉੱਥੇ ਸੀ। ਉਹ ਰਸਤਾ ਸਾਫ਼ ਕਰ ਰਹੇ ਸੀ। ਮਗਰੋਂ ਉਹਨਾਂ ਨੇ ਟਰੈਕਟਰ ਕੱਢ ਲਏ 2-3, ਆਪਣੇ ਵਾਲੇ ਪਾਸਿਓਂ ਟਰੈਕਟਰ 2-3 ਜਥੇਦਾਰਾਂ ਨੇ ਕੱਢ ਲਏ, ਉਹ ਪੱਥਰ ਘੜੀਸ ਕੇ ਪਾਸੇ ਕਰਤੇ। ਉਸ ਤੋਂ ਬਾਅਦ ਇਹ 15 ਤਕਰੀਬਨ ਅੱਧਾ ਘੰਟਾ ਕਾਰਵਾਈ ਚੱਲਦੀ ਰਹੀ। ਉਸ ਤੋਂ ਬਾਅਦ ਸਾਨੂੰ ਫਿਰ ਦੁਬਾਰਾ ਮੈਸੇਜ ਆਉਂਦਾ ਵੀ ਤੁਸੀਂ ਇੱਥੇ ਛੇਤੀ ਪਹੁੰਚੋ ਗੁਰੂ ਤੇਗ ਬਹਾਦਰ ਪਾਰਕ। ਅਸੀਂ ਉਹ ਬਣੇ ਬਣਾਏ 60-70 ਉੱਥੇ ਸੀਗੇ ਤੇ 50-60 ਸਾਥੀ ਮੇਰੇ ਨਾਲ ਸੀ। ਅਸੀਂ ਚਲੇ ਜਾਂਦੇ ਹਾਂ ਗੁਰੂ ਤੇਗ ਬਹਾਦਰ ਪਾਰਕ। ਉੱਥੇ ਸਾਡੀ ਜਨਤਾ ਮਤਲਬ ਕਹਿ ਰਹੀ ਆ ਵੀ ਬਾਈ ਹੁਣੇ ਹੀ ਚੱਲੋ, ਕਾਫਲਾ ਤੁਰ ਗਿਆ, ਅਸੀਂ ਇੱਥੇ ਖੜੇ ਕੀ ਕਰਦੇ ਹਾਂ। ਕਾਫਲਾ ਜਾਂ ਆਪਣਾ ਕਾਫਲਾ ਤੁਰੋ, ਜੇ ਨਹੀਂ ਤੁਰਦਾ ਤਾਂ ਇਹਨਾਂ ਦੇ ਨਾਲ ਚੱਲੋ ਹੁਣੇ। ਉੱਥੇ ਸਾਥੀਓ ਸਾਡੇ ਸਾਹਮਣੇ ਦੋ ਹੀ ਗੱਲਾਂ ਸੀ, ਜਾਂ ਤਾਂ ਅਸੀਂ ਉਹਨੂੰ ਕਹਿੰਦੇ ਵੀ ਤੁਸੀਂ ਜਾਣਾ ਜਾਓ, ਅਸੀਂ ਨਹੀਂ ਜਾਂਦੇ, ਜਾਂ ਫਿਰ ਸਾਨੂੰ ਆਪਦੀ ਜਨਤਾ ਨਾਲ ਤੁਰਨਾ ਪੈਣਾ ਸੀਗਾ। ਸੋ ਅਸੀਂ ਫੈਸਲਾ ਕੀਤਾ ਉੱਥੇ ਵੀ ਅਸੀਂ ਜਨਤਾ ਨੂੰ ਛੱਡ ਕੇ ਵੀ ਜਨਤਾ ਨੂੰ ਅਸੀਂ ਵਗਾਹ ਭੇਜ ਦਈਏ ਤੇ ਅੱਗੇ ਜਾ ਕੇ ਉਹਨਾਂ ਤੇ ਕੋਈ ਵੀ ਗੱਲ ਬਣ ਜੇ, ਕੋਈ ਅਨਹੋਣੀ ਹੋ ਜੇ ਤੇ ਅਸੀਂ ਉੱਥੇ ਬੈਠੇ ਰਹੀਏ। ਘੱਟੋ ਘੱਟ ਮੇਰੀ ਜ਼ਮੀਰ ਨੇ ਇਹ ਇਜਾਜ਼ਤ ਨਹੀਂ ਦਿੱਤੀ ਤੇ ਮੈਂ ਸੂਬਾ ਪ੍ਰਧਾਨ ਨੂੰ ਫੋਨ ਕਰਕੇ ਸਾਫ਼ ਕਰਤਾ। ਮੈਂ ਕਿਹਾ ਪ੍ਰਧਾਨ ਜੀ ਤੁਸੀਂ ਜਦੋਂ ਕਾਫਲਾ ਤੁਰਿਆ ਉਦੋਂ ਆ ਜਾਇਆ ਜੇ, ਮੈਂ ਚੱਲਿਆ, ਮੇਰੀ ਮਜਬੂਰੀ ਹੈ, ਮੈਂ ਰੁਕ ਨਹੀਂ ਸਕਦਾ, ਮੈਂ ਜਨਤਾ ਨਾਲ ਜਾਣਾ ਵਾ। ਚਲੋ ਪ੍ਰਧਾਨ ਜੀ ਨੇ ਤਾਂ ਕਿਹਾ ਵੀ ਸੀ ਵੀ ਬਲਦੇਵ ਆਪਣੇ ਤੇ ਇਤਰਾਜ਼ ਆਉਣਗੇ ਇਸ ਗੱਲ ਦੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਜੇ ਆਉਂਦੇ ਤਾਂ ਆਈ ਜਾਣ। ਚਲੋ ਅਸੀਂ ਉੱਥੋਂ ਤੁਰ ਪਏ। ਇੱਕ ਦਿਮਾਗ ਦੇ ਵਿੱਚ ਇਹ ਵੀ ਗੱਲ ਸੀ ਕਿਉਂਕਿ ਨਾ ਤਾਂ ਸਾਡੇ ਕੋਲੇ ਸੀਗਾ ਕੋਈ ਮੋਟਰਸਾਈਕਲ, ਨਾ ਸਾਡੇ ਕੋਲੇ ਕੋਈ ਟਰੈਕਟਰ, ਨਾ ਕੋਈ ਜੀਪ, ਨਾ ਗੱਡੀ, ਤੇ 14 ਕਿਲੋਮੀਟਰ ਦਾ ਰਸਤਾ ਇੱਕ ਹੀ ਆ। ਉਸੇ ਤੇ ਸੰਘਰਸ਼ ਕਮੇਟੀ ਵਾਲੇ ਗਏ ਸੀ ਤੇ 14 ਕਿਲੋਮੀਟਰ ਆਪਾਂ ਵੀ ਉਸੇ ਤੇ ਜਾਣਾ ਸੀਗਾ। ਵੀ ਮਗਰੋਂ ਸਾਡੇ ਦਿਮਾਗ ਸੀ ਵੀ ਜਦੋਂ ਤੁਰ ਕੇ ਜਾਣਾ ਮੈਂ ਉਦੋਂ ਨੂੰ ਮਗਰ ਟਰੈਕਟਰ ਆਪਣੇ ਆ ਜਾਣਗੇ, ਉਦੋਂ ਤੱਕ ਚਲੋ ਨੌਜਵਾਨਾਂ ਵੀ ਥੋੜਾ ਜਿਹਾ ਠੰਡੇ ਹੋ ਜਾਣਗੇ, ਫਿਰ ਚਲੋ ਆਪਣੇ ਟਰੈਕਟਰਾਂ ਤੇ ਬਿਠਾ ਲਵਾਂਗੇ। ਪਰ ਅਸੀਂ 14 ਕਿਲੋਮੀਟਰ ਤੁਰ ਕੇ ਵੀ ਗਏ, ਇਸ ਦੇ ਬਾਵਜੂਦ ਵੀ ਇਹ ਕਾਫਲਾ ਨਹੀਂ ਤੁਰਿਆ। 12-12:30 ਵਜੇ ਤੱਕ ਪਤਾ ਨਹੀਂ ਕਦੋਂ ਤੁਰਿਆ ਇਹ। ਜਦੋਂ ਉੱਥੇ ਜਾ ਕੇ ਟਕਰਾਅ ਹੋ ਗਿਆ ਪੁਲਿਸ ਨਾਲ ਕਰਨਾਲ ਬਾਈਪਾਸ ਤੇ, ਉੱਥੇ ਸਾਰੇ ਨੌਜਵਾਨ ਹੀ ਉਹਨਾਂ ਦਾ ਜਿਹੜਾ ਨਾਕਾ ਲੱਗਾ ਸੀਗਾ ਮਤਲਬ ਤੋੜਨ ਲੱਗ ਗਏ। ਉਹੀ ਹਾਲ ਬਣ ਗਏ ਜਿਹੜੇ ਜਦੋਂ ਆਪਾਂ ਪਿੱਛੋਂ ਤੁਰੇ ਸੀ, ਪੰਜਾਬ 'ਚੋਂ ਤੁਰੇ ਸੀਗੇ, ਬਿਲਕੁਲ ਉਹੀ ਹਾਲ ਬਣ ਗਏ। ਨੌਜਵਾਨਾਂ ਨੇ ਨਾਕਾ ਤੋੜਨਾ ਸ਼ੁਰੂ ਕਰਤਾ, ਕਿਸੇ ਦੀ ਸੁਣੀ ਨਹੀਂ, ਨਾਕਾ ਤੋੜਦੇ ਰਹੇ, ਨਾਕਾ ਟੁੱਟ ਵੀ ਗਿਆ। ਉਦੋਂ ਤੱਕ ਸਾਡੇ ਮਗਰੋਂ ਵੀ ਟਰੈਕਟਰ ਆਉਣੇ ਸ਼ੁਰੂ ਹੋ ਗਏ ਸੀ। ਨਾਕਾ ਤੋੜਦਿਆਂ ਉਹ ਸਾਰੇ ਟਰੈਕਟਰ ਉਧਰ ਹੀ ਲੰਘ ਰਹੇ ਸੀ। ਉਦੋਂ ਮੈਂ ਨਿਰਭੈ ਸਿੰਘ ਢੁੱਡੀਕੇ ਨੂੰ ਫੋਨ ਕੀਤਾ। ਮੈਂ ਕਿਹਾ ਪ੍ਰਧਾਨ ਜੀ ਵੀ ਐਂ ਕਰਕੇ ਨਾਕਾ ਟੁੱਟ ਗਿਆ ਵਾ ਜਿਹੜਾ, ਤੇ ਸਾਰੇ ਲੋਕ ਹੁਣ ਰਿੰਗ ਰੋਡ ਨੂੰ ਜਾ ਰਹੇ ਆ, ਵੀ ਕਿਵੇਂ ਕਰਨੀ ਆ। ਉਹਨੇ ਕਿਹਾ ਵੀ ਜਿਹੜੇ ਜਾਂਦੇ ਜਾਣ ਦੇ। ਐਂ ਕਹਿ ਕੇ ਚਲੋ ਸਾਡੀ ਇੰਨੀ ਗੱਲਬਾਤ ਹੋਈ। ਪਰ ਸਵਾਲ ਉੱਥੇ ਉਹੀ ਫੇਰ ਸੀਗਾ ਵੀ ਕੀ ਆਪਦੀ ਜਨਤਾ ਨੂੰ ਛੱਡ ਕੇ ਰੁਕੀਏ ਕਿ ਨਾਲ ਜਾਈਏ। ਸੋ ਉਹਨਾਂ ਦੇ ਨਾਲ ਅਸੀਂ ਗਏ ਆ, ਵੀ ਨਾਕਾ ਟੁੱਟ ਗਿਆ ਸੀ, ਅਸੀਂ ਗਾਂ ਲੰਘ ਗਏ। ਅੱਗੇ ਜਾਂਦੇ ਆ, ਅੱਗੇ ਜਾ ਕੇ ਜਿੱਥੇ ਕਿਉਂਕਿ ਅਸੀਂ ਤਕਰੀਬਨ ਸਾਰੇ ਰਾਹ ਪੈਦਲ ਹੀ ਗਏ ਆ। ਅੱਗੇ ਜਾ ਕੇ ਜਿੱਥੇ ਇੱਕ ਬਰਾੜੀ ਪਾਰਕ ਤੋਂ ਅੱਗੇ ਲੰਘ ਕੇ ਸਾਨੂੰ ਇੱਕ ਫੋਨ ਆਉਂਦਾ ਵਾ ਵੀ ਕੁਛ ਲੋਕ ਕਿਲੇ 'ਚ ਵੜ ਗਏ। ਉਸ ਤੋਂ ਥੋੜਾ ਹੋਰ ਗਾਂਹ ਜਾਂਦੇ ਆ ਤੇ ਇਹ ਫੋਨ ਆਉਂਦਾ ਵੀ ਉੱਥੇ ਝੰਡਾ ਚੜ ਗਿਆ। ਝੰਡਾ ਚੜਨ ਦੇ ਨਾਲ ਉੱਥੇ ਗੋਲੀ ਵੀ ਚੱਲ ਗਈ ਆ। ਗੋਲੀ ਚੱਲ ਕੇ ਤੇ ਕੁਛ ਬੰਦੇ ਜ਼ਖਮੀ ਆ ਤੇ ਕੁਛ ਬੰਦਿਆਂ ਦੇ ਮੰਨ ਲਓ ਕਿ ਸੱਟਾਂ ਵੱਜ ਗਈਆਂ ਵਾ ਤੇ ਕਾਫੀ ਉੱਥੇ ਖਲਾਰਾ ਪੈ ਗਿਆ ਵੀ ਦੀਪ ਸਿੱਧੂ ਬੋਲ ਗਿਆ। ਇਹ ਸਾਰਾ ਕੁਛ ਫੋਨ ਤੇ ਆਪਾਂ ਨੂੰ ਪਤਾ ਲੱਗਦਾ ਵਾ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਇਹ ਫਿਕਰ ਬੰਦੀ ਬਣ ਗਈ ਵੀ ਜਿਹੜੇ ਕੁਛ ਅਨਭੋਲ ਲੋਕ ਉੱਥੇ ਚਲੇ ਗਏ ਆ ਵੀ ਉਹਨਾਂ ਨੂੰ ਕਿਵੇਂ ਕੱਢੀਏ। ਅਸੀਂ ਕਾਫਲੇ ਤੋਂ ਹੋ ਕੇ ਪਹੁੰਚ ਜਾਂਦੇ ਹਾਂ ਲਾਲ ਕਿਲੇ ਦੇ ਨੇੜੇ, ਜਿੱਥੇ ਕੁਰਲੇ ਬੰਨੇ ਯੂ ਟਰਨ ਜਿਹਾ ਬਣਿਆ ਵਾ ਮਜਨੂ ਦੇ ਟਿੱਲਾ ਗੁਰਦੁਆਰੇ ਤੋਂ 3-4 ਕਿਲੋਮੀਟਰ ਅੱਗੇ ਜਾ ਕੇ। ਉੱਥੇ ਜਿੰਨੀਆਂ ਟਰਾਲੀਆਂ ਸਾਡੇ ਤੋਂ ਰੋਕੀਆਂ ਗਈਆਂ ਉਹ ਰੋਕੀਆਂ। ਜਿੰਨੇ ਕੋਈ ਸਾਥੀ ਵਿੱਚ ਸੀਗੇ ਫੋਨ ਫਾਨ ਕਰਕੇ ਸਾਥੀਆਂ ਨੂੰ ਪੁੱਛਿਆ ਵੀ ਕੋਈ ਸਾਥੀ ਵਿੱਚ ਤਾਂ ਨਹੀਂ। ਜਿਹੜੇ ਹੋਰ ਜਥੇਬੰਦੀਆਂ ਦੇ ਸਾਥੀ ਸੀਗੇ ਉਹਨਾਂ ਨੂੰ ਵੀ ਹਰੇਕ ਨੂੰ ਐਂ ਹੀ ਕਿਹਾ ਵੀ ਸਾਰੇ ਆਪਣੇ ਬੰਦੇ ਜਿੰਨੇ ਵੱਧ ਤੋਂ ਵੱਧ ਉਹਨਾਂ 'ਚੋਂ ਕੱਢੇ ਜਾਣ। ਅਸੀਂ ਹਜੇ ਉੱਥੇ ਕੱਢ ਹੀ ਰਹੇ ਸੀਗੇ ਤੇ ਉਦੋਂ ਨੂੰ ਫੋਨ ਆ ਗਿਆ ਮੈਨੂੰ ਸਾਡੇ ਸੂਬਾ ਪ੍ਰਧਾਨ ਦਾ, ਸਰਜੀਤ ਸਿੰਘ ਫੂਲ ਦਾ,
ਵੀ ਬਲਦੇਵ ਤੂੰ ਕਿੱਥੇ ਆ? ਮੈਂ ਕਿਹਾ ਜੀ ਮੈਂ ਤਾਂ ਇੱਥੇ ਐਂ ਕਰਕੇ ਲਾਲ ਕਿਲੇ ਕੋਲ ਜਿਹੜਾ ਚੌਂਕ ਉੱਥੇ ਖੜਾ ਵਾਂ ਤੇ ਜਨਤਾ ਨੂੰ ਵਾਪਸ ਕਰ ਰਿਹਾ ਵਾਂ। ਉਹ ਕਹਿੰਦੇ ਵੀ ਮਜਨੂ ਟਿੱਲਾ ਗੁਰਦੁਆਰੇ ਆ, ਆਪਾਂ ਮੀਟਿੰਗ ਕਰਨੀ ਆ। ਮੈਂ ਸਗੋਂ ਗੁੱਸੇ ਹੋਇਆ ਵੀ ਤੁਸੀਂ ਉਹਨੂੰ ਇੱਥੇ ਕਰਦੇ ਆ, ਵੀ ਇੱਥੇ ਮਸਲਾ ਵਿਗੜ ਗਿਆ ਵਾ, ਤੁਸੀਂ ਜਿੱਥੇ ਹੈਗੇ ਵਾਪਸ ਜਾ ਵੜੋ। ਉਹਨੇ ਮੈਨੂੰ ਸਾਫ਼ ਕੀਤਾ ਵੀ ਇੱਥੇ ਹੋਰ ਆਗੂ ਵੀ ਆ, ਹੁਣ ਸਾਡੇ ਕੋਲੇ ਉੱਥੇ ਵਾਪਸ ਆਉਣ ਨੂੰ ਕੋਈ ਚੀਜ਼ ਨਹੀਂ। ਅਸੀਂ ਇੱਥੇ ਇੱਕ ਜੀਪ ਦਾ ਪ੍ਰਬੰਧ ਕੀਤਾ, ਫੋਨ ਫਾਨ ਲਾ ਕੇ ਇੱਕ ਜੀਪ ਸੱਦੀ, ਜੀਪ ਤੇ ਅਸੀਂ ਆਏ ਮਜਨੂ ਟਿੱਲਾ ਗੁਰਦੁਆਰੇ। ਉੱਥੇ ਆ ਕੇ ਪਤਾ ਲੱਗਾ ਵੀ ਸਾਡੇ ਆਗੂ ਚਾਹੇ ਮਨਜੀਤ ਰਾਏ ਹੋਵੇ, ਹਰਪਾਲ ਸੰਘਾ, ਸਰਜੀਤ ਫੂਲ, ਗੁਰਨਾਮ ਚਡੂਨੀ, ਬਲਦੇਵ ਨਿਹਾਲਗੜ੍ਹ, ਮੇਜਰ ਪੂਨੇਵਾਲ ਤੇ ਹੋਰ ਵੀ ਕਈ ਆਗੂ ਵੀ ਉੱਥੇ ਸੀਗੇ। ਹਾਲਾਂਕਿ ਇਹ ਆਗੂ ਮੇਰੇ ਜਾਣ ਤੋਂ ਪਹਿਲਾਂ ਤੁਰ ਗਏ ਸੀ। 2 ਆਗੂ ਸਾਥੀ ਖੜੇ ਸੀ ਉੱਥੇ, ਸਰਜੀਤ ਸਿੰਘ ਫੂਲ ਤੇ ਗੁਰਨਾਮ ਚਡੂਨੀ। ਚਲੋ ਇਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਇੱਥੇ ਕਾਹਤੋਂ ਖੜੇ ਆ? ਚਲੋ ਇਹਨਾਂ ਨੇ ਦੱਸਿਆ ਵੀ ਇੱਥੇ ਕਈ ਆਗੂ ਆਏ ਸੀ, 6-7 ਆਗੂ ਆਏ ਸੀਗੇ। ਜਨਤਾ ਸਾਰੀ ਮਗਰੋਂ ਇੱਧਰ ਮੁੜ ਆਈ ਤੇ ਜਨਤਾ ਦੇ ਨਾਲ ਸਾਨੂੰ ਆਉਣਾ ਪਿਆ। ਤਕਰੀਬਨ ਸਾਰੀਆਂ ਜਥੇਬੰਦੀਆਂ ਦੇ ਹਾਲ ਇਹ ਸੀ ਵੀ ਜਨਤਾ ਦੇ ਨਾਲ, ਜਨਤਾ ਨੇ ਮਜਬੂਰ ਕਰਤਾ ਵੀ ਉਹ ਜਾਂ ਤਾਂ ਜਨਤਾ ਦੇ ਨਾਲ ਜਾਣ ਜਾਂ ਜਨਤਾ ਨੂੰ ਛੱਡ ਕੇ ਉੱਥੇ ਖੜਨ। ਚਲੋ ਉੱਥੋਂ ਇਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਫੌਰੀ ਤੌਰ ਤੇ ਵਾਪਸ ਮੁੜੋ, ਵੀ ਇਹ ਮਸਲਾ ਵਿਗੜ ਗਿਆ ਵਾ। ਇਹ ਲਾਲ ਕਿਲੇ 'ਚ ਜੋ ਘਟਨਾਵਾਂ ਹੋਈਆਂ ਦੱਸੀਆਂ ਇਹਨਾਂ ਨੂੰ। ਚਲੋ ਉਦੋਂ ਉੱਥੇ ਖੜਿਆਂ ਹੀ ਜਿਹੜੀਆਂ ਸਾਡੀਆਂ ਮਗਰੋਂ ਪਾਲਕੀਆਂ ਤਿਆਰ ਕੀਤੀਆਂ ਸੀਗੀਆਂ, ਮਜਨੂ ਟਿੱਲਾ ਗੁਰਦੁਆਰੇ ਕੋਲ ਹੀ ਖੜੇ ਸੀ ਤੇ ਮਗਰੋਂ ਜਿਹੜੀਆਂ ਪਾਲਕੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਸ਼ਸਤਰ ਸੀ ਤੇ ਉਹ ਪਾਲਕੀ ਵੀ ਉੱਥੇ ਆ ਗਈ, ਟਰਾਲੀ ਉੱਥੇ ਆ ਗਈ, ਕੁਛ ਹੋਰ ਪਾਲਕੀਆਂ ਉੱਥੇ ਆ ਗਈਆਂ। ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਵੀ ਕਿਹਾ ਵੀ ਜਿਹੜਾ ਹੁਣ ਯੂ ਟਰਨ ਆਊਗਾ ਉੱਥੋਂ ਫੌਰੀ ਮੁੜ ਕੇ ਤੁਸੀਂ ਪਿਛਾਂਹ ਜਾਓ। ਕਿਸੇ ਨੇ ਵੀ ਲਾਲ ਕਿਲੇ ਵਿੱਚ ਜਾਣ ਦੀ ਨਹੀਂ ਗੱਲ ਕਰਨੀ, ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਤਾਂ ਪਤਾ ਨਹੀਂ ਸੀ ਟਰੈਕਟਰਾਂ ਤੇ ਆ ਰਹੇ ਸੀਗੇ, ਨਾ ਉਹਨਾਂ ਨੇ ਮੋਬਾਈਲ ਕੱਢ ਕੇ ਦੇਖੇ ਸੀਗੇ, ਉਹਨਾਂ ਨੂੰ ਤਾਂ ਕੁਛ ਪਤਾ ਨਹੀਂ ਸੀ, ਉਹ ਸਿੱਧੇ ਜਾ ਰਹੇ ਸੀ। ਸੋ ਜਿੰਨਾ ਜ਼ੋਰ ਲਾ ਕੇ ਰੋਕ ਸਕਦੇ ਸੀ ਰੋਕਿਆ ਤੇ ਉਸ ਤੋਂ ਬਾਅਦ ਅਸੀਂ ਵਾਪਸ ਇੱਥੇ ਮਤਲਬ ਕਿ ਮੋਰਚੇ 'ਚ ਆ ਗਏ, ਨੇਰੇ ਹੋਏ। ਸੋ ਸਾਥੀਓ ਉਸੇ ਦਿਨ ਕੁਛ ਆਗੂਆਂ ਨੇ ਰਾਤ ਨੂੰ ਮੀਟਿੰਗ ਕਰਕੇ ਇਹ ਪਲਾਨ ਕਰ ਲਿਆ। ਮੈਂ ਤਾਂ ਹੁਣ ਤਾਂ ਅਸੀਂ ਪਲਾਨ ਹੀ ਆਖਾਂਗੇ, ਜਿਸ ਤਰ੍ਹਾਂ ਢੰਗ ਨਾਲ ਸਾਡੀ ਅਗਲੇ ਦਿਨ ਗੱਲ ਹੀ ਨਹੀਂ ਸੁਣੀ ਗਈ ਵੀ ਸਾਰਾ ਦੋਸ਼ ਮੜਤਾ ਸਾਡੇ ਤੇ, ਜਦੋਂ ਕੋਈ 6-7-8 ਜਥੇਬੰਦੀਆਂ ਦੇ ਆਗੂ ਸਮੇਤ ਉੱਥੇ ਸੀ। ਚਲੋ ਅਗਲੇ ਦਿਨ ਉਹ ਗੱਲ ਹੋਈ ਆ ਵੀ ਉਹ ਦੂਜੇ ਤੋਂ ਬੋਲੇ ਆ, ਸਟੇਜ ਤੋਂ ਬੋਲੇ, ਹੋਰ ਗੱਲ ਜੋ ਵੀ ਉਹ ਪਿਛਲੀ ਵੀਡੀਓ 'ਚ ਬੋਲੇ। ਪਰ ਮੈਂ ਇੱਕ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਵਾਂ, ਇੱਥੇ ਤਾਂ ਇਹਨਾਂ ਨੇ ਸਾਰਾ ਦੋਸ਼ ਮੜਤਾ ਸਾਡੇ ਤੇ ਵੀ ਇਹ ਅੰਦਰ ਖਾਤੇ ਪਲਾਨ ਕਰਕੇ ਗਏ ਹੋਣਗੇ, ਇਹਨਾਂ ਦੀ ਸੈਟਿੰਗ ਸੀ, ਇਹ ਜਾਣ ਬੁੱਝ ਕੇ ਉਧਰ ਨੂੰ ਗਏ। ਪਰ ਸਾਡੇ ਇੱਥੋਂ ਤੁਰਨ ਤੋਂ ਪਹਿਲਾਂ ਹੀ ਗਾਜੀਪੁਰ ਵਾਲਾ ਨਾਕਾ ਤੋੜਤਾ ਸੀ ਲੋਕਾਂ ਨੇ। ਤੇ ਸਭ ਤੋਂ ਪਹਿਲਾਂ ਬਾਅਦ 'ਚ ਪਤਾ ਲੱਗਾ ਵੀ ਗਾਜੀਪੁਰ ਵਾਲੇ ਲੋਕ ਲਾਲ ਕਿਲੇ ਪਹਿਲਾਂ ਪਹੁੰਚ ਗਏ ਸੀ, ਸਾਡੇ ਇੱਧਰੋਂ ਸਿੰਘੂ ਬਾਰਡਰ ਵਾਲੇ ਤਾਂ ਬਹੁਤ ਲੇਟ ਗਏ ਆ। ਟਿੱਕਰੀ ਜਿੱਥੇ ਅਸੀਂ ਇਹ ਮੰਨਦੇ ਹਾਂ ਵੀ ਜਥੇਬੰਦੀਆਂ ਦੇ ਇੱਥੇ ਸਿੰਘੂ ਬਾਰਡਰ ਤੇ ਤਾਂ ਆਮ ਲੋਕ ਬਹੁਤ ਜ਼ਿਆਦੇ ਆ, ਪਰ ਟਿੱਕਰੀ ਵਾਲੇ ਬਾਰਡਰ ਤੇ ਜ਼ਿਆਦਾਤਰ ਜਨਤਾ ਜਿਹੜੀ ਉਹ ਆ ਜਿਹੜੀ ਜਥੇਬੰਦੀਆਂ ਨਾਲ ਆ, ਉਹ ਨਾਕਾ ਤੋੜ ਕੇ ਵੀ ਜਨਤਾ ਉਧਰ ਨੂੰ ਗਈ ਆ। ਫਿਰ ਜੇ ਇਹ ਸਮਝਦੇ ਆ ਵੀ ਕੋਈ ਮਤਲਬ ਵੀ ਸਾਡਾ ਸੀਗਾ, ਇਹ ਸੈਟਿੰਗ ਕਰਕੇ ਚੱਲੇ ਆ ਜਾਂ ਸੰਘਰਸ਼ ਕਮੇਟੀ ਨੇ ਕਰਾਤਾ, ਫਿਰ ਉਸ ਟਿੱਕਰੀ ਬਾਰਡਰ ਵਾਲੀ ਜਨਤਾ ਕਿਵੇਂ ਆ ਗਈ ਜਾਂ ਗਾਜੀਪੁਰ ਵਾਲੇ ਲੋਕ ਕਿਵੇਂ ਆ ਗਏ? ਸੋ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂਗਾ ਵੀ ਟਿੱਕਰੀ ਕਿਹਨੇ ਤੋੜਤਾ, ਗਾਜ਼ੀਪੁਰ ਕਿਹਨੇ ਤੋੜਤਾ, ਸਾਡੇ ਨੂੰ ਪਹਿਲਾਂ ਉੱਥੇ ਪਹੁੰਚ ਗਏ। ਕੁੱਲ ਮਿਲਾ ਕੇ ਸਾਰੇ ਦਾ ਸਾਰਾ ਦੋਸ਼ ਸਾਡੇ ਤੇ ਮੜਤਾ। ਅਸੀਂ ਸਮਝਦੇ ਹਾਂ ਇੱਕ ਤਰ੍ਹਾਂ ਦਾ ਜਿਵੇਂ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ ਹੀ ਮੀਟਿੰਗਾਂ ਦੇ ਵਿੱਚ ਇੱਕ ਵਿਰੋਧੀ ਧਿਰ ਵਜੋਂ ਰਹੇ ਹਾਂ। ਜਦੋਂ ਵੀ ਸਾਨੂੰ ਲੱਗਾ ਵੀ ਆਹ ਫੈਸਲਾ ਗਲਤ ਹੋ ਰਿਹਾ ਵਾ, ਇਹ ਸਾਡੇ ਪੰਜਾਬ ਦੇ ਲੋਕਾਂ ਨੇ ਸੈੱਟ ਨਹੀਂ ਜਾਂ ਸਾਡੇ ਘੋਲ ਨੂੰ ਨੁਕਸਾਨ ਕਰੂ, ਅਸੀਂ ਦੱਬ ਕੇ ਵਿਰੋਧ ਕੀਤਾ, ਉਹਦਾ ਮੀਟਿੰਗ ਦੇ ਅੰਦਰ ਕੀਤਾ ਵਾ। ਸੋ ਸਾਡੀ ਅਸੀਂ ਤਾਂ ਅੱਜ ਲੱਗਦਾ ਵੀ ਸਾਨੂੰ ਇੱਕ ਤਰ੍ਹਾਂ ਨਾਲ ਰਾਹ ਚੋਂ ਪਾਸੇ ਕੀਤਾ ਜਾ ਰਿਹਾ ਵੀ ਜਿਹੜੇ ਇਹ ਬੋਲਦੇ ਇਹਨਾਂ ਨੂੰ ਪਾਸੇ ਕਰ ਦਿਓ। ਇੱਕ ਤਰ੍ਹਾਂ ਨਾਲ ਉਹ ਸਾਰੇ ਆਗੂ ਨਹੀਂ, ਮੀਟਿੰਗ ਦੇ ਬਹੁਤ ਜਥੇਬੰਦੀਆਂ 'ਚ ਬਹੁਤ ਵਧੀਆ ਆਗੂ ਵੀ ਆ ਜਿਹੜੇ ਹਮੇਸ਼ਾ ਸਹੀ ਵਾਲੇ ਪਾਸੇ ਖੜਦੇ ਆ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਸਾਡੇ ਤੇ ਐਂ ਕਰਦੇ ਆ, ਪਰ ਕੁਝ ਬੰਦੇ ਸੋਚ ਸਮਝ ਕੇ ਸਾਨੂੰ ਇਹ ਰਾਹ ਚੋਂ ਪਾਸੇ ਕਰ ਰਹੇ ਆ। ਪਰ ਅਸੀਂ ਭਰਾਓ ਸਿੱਧੀ ਗੱਲ ਆ, ਇਹਨਾਂ ਕੋਲੇ ਅਸੀਂ ਸਾਰਾ ਮਸਲਾ ਦੱਸ ਚੁੱਕੇ ਹਾਂ, ਕੋਈ ਸੁਣਵਾਈ ਨਹੀਂ ਹੋਈ। ਅੱਜ 12ਵਾਂ-13ਵਾਂ ਦਿਨ ਹੋ ਗਿਆ ਵਾ ਤੇ ਕਮੇਟੀ ਬਣਾ ਕੇ ਕਮੇਟੀ ਵਾਲਿਆਂ ਨੇ ਅਸੀਂ ਜੋ ਕਰਨਾ ਸੀ ਕਰਤਾ, ਉਦੋਂ ਬਾਅਦ ਕਮੇਟੀ ਨੇ ਕੁਛ ਨਹੀਂ ਕੀਤਾ। ਹੁਣ ਅਸੀਂ ਇਹ ਸਾਡੀ ਮਜਬੂਰੀ ਬਣ ਗਈ ਸੀ, ਕਿਉਂਕਿ ਸਾਡੇ ਆਪ ਦੇ ਬੰਦੇ ਕਹਿੰਦੇ ਸੀ ਬਾਈ ਵੀ ਆਪਣਾ ਪੱਖ ਵੀ ਰੱਖੋ, ਆਪਾਂ ਹੀ ਬੋਲ ਕੇ ਦੱਸੀਏ। ਅਸੀਂ ਹੁਣ ਇਹ ਪੱਖ ਜਨਤਾ ਕੋਲੇ ਰੱਖਤਾ। ਜਨਤਾ ਜੇ ਸਮਝਦੀ ਹੈ ਵੀ ਅਸੀਂ ਗਲਤ ਕੀਤਾ, ਜੋ ਸਾਨੂੰ ਜਨਤਾ ਸਜ਼ਾ ਦੇਵੇ ਕਹੂਗੀ, ਅਸੀਂ ਉਹੀ ਮਨਜ਼ੂਰ ਆ। ਜੇ ਜਨਤਾ ਨੂੰ ਲੱਗਦਾ ਵੀ ਅਸੀਂ ਗਲਤ ਨਹੀਂ ਕੀਤਾ ਤੇ ਜਨਤਾ ਉਹ ਵਿਚਾਰ ਲਵੇ। ਸੋ ਇੰਨੀਆਂ ਬੇਨਤੀਆਂ ਸੀ ਸਾਰਿਆਂ ਭਰਾਵਾਂ ਨੂੰ, ਬਸ ਇੰਨੀ ਬੇਨਤੀ ਆ ਵੀ ਅਸੀਂ ਇਹਨੂੰ ਜ਼ਿਆਦਾ ਨਹੀਂ ਅਹਿਮੀਅਤ ਦਿੰਦੇ ਗੇ ਇਸ ਵੇਲੇ। ਕੱਲ੍ਹ ਦੇ ਬਹੁਤ ਫੋਨ ਇਹ ਕਰਕੇ ਆ ਰਹੇ ਆ
ਵੀ ਲੋਕ ਨਿਰਾਸ਼ ਹੋ ਰਹੇ ਆ। ਖਾਸ ਕਰਕੇ ਉਹ ਇੱਕ ਪਤਾ ਨਹੀਂ ਉਹ ਬਿਆਨ ਸਹੀ ਹੈ ਜਾਂ ਗਲਤ ਆ, ਉਹ ਬਿਆਨ ਦੇਤਾ ਮਟਕੈਤ ਸਾਹਿਬ ਨੇ ਵੀ 2 ਅਕਤੂਬਰ ਤੋਂ ਬਾਅਦ ਅਸੀਂ ਅਗਲਾ ਐਕਸ਼ਨ ਲਵਾਂਗੇ। ਉਹ ਰਾਤ ਦੇ ਫੋਨ ਆ ਰਹੇ ਆ ਵੀ ਬਈ 2 ਅਕਤੂਬਰ ਤੱਕ ਇੱਥੇ ਬੈਠਾਂਗੇ। ਉਹ ਤਾਂ ਹੁਣ ਗੱਲ ਪਤਾ ਕਰਨ ਵਾਲੀ ਆ ਵੀ ਉਹ ਟਕੈਤ ਸਾਹਿਬ ਦਾ ਬਿਆਨ ਹੈਗਾ ਵੀ ਆ ਕਿ ਉਹ ਅਖਬਾਰ ਤੋਂ ਕੋਈ ਗਲਤੀ ਨਾ ਲੱਗ ਗਿਆ, ਵੀ ਲੋਕਾਂ ਦੀ ਨਿਰਾਸ਼ਤਾ ਜਾ ਰਹੀ ਆ ਤੇ ਲੋਕ ਲਗਾਤਾਰ ਕਹਿ ਰਹੇ ਆ ਵੀ ਕੋਈ ਅਗਲਾ ਐਕਸ਼ਨ ਦਿਓ। ਸੋ ਸਾਡੀ ਪੁਰਜੋਰ ਮੰਗ ਆ ਸਾਰੇ ਆਗੂਆਂ ਤੋਂ ਵੀ ਛੇਤੀ ਹੀ ਕੋਈ ਸਾਨੂੰ ਅਗਲਾ ਐਕਸ਼ਨ ਦਈਏ ਤਾਂ ਕਿ ਲੋਕ ਜਿਹੜੇ ਨਿਰਾਸ਼ਤਾ ਦੇ ਵਿੱਚੋਂ ਨਿਕਲਣ, ਤਾਂ ਕਿ ਅਸੀਂ ਜਿਹੜਾ ਇਹ ਘੋਲ ਕਾਨੂੰਨ ਰੱਦ ਕਰਾਉਣ ਵਾਸਤੇ ਪੰਜਾਬ ਤੋਂ ਸਹੁੰ ਖਾ ਕੇ ਤੁਰੇ ਸੀ, ਜਿਹੜੀ ਅਸੀਂ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਸਹੁੰ ਖਾਧੀ ਸੀ ਵੀ ਅਸੀਂ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਨਹੀਂ ਮੁੜਾਂਗੇ। ਸੋ ਉਹ ਸਹੁੰ ਨੂੰ ਪੂਰਾ ਕਰਨ ਵਾਸਤੇ ਤੇ ਕਾਨੂੰਨ ਰੱਦ ਕਰਾਉਣ ਵਾਸਤੇ ਸਾਨੂੰ ਛੇਤੀ ਇਹ ਅਪੀਲ ਆ ਸਾਡੀ ਸਾਰਿਆਂ ਆਗੂਆਂ ਨੂੰ ਵੀ ਕੋਈ ਐਕਸ਼ਨ ਦੇਣਾ ਚਾਹੀਦਾ ਵਾ ਤੇ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ। ਸੋ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ 'ਚ ਇੱਥੇ ਪਹੁੰਚੋ। ਇੱਕ ਤੁਹਾਡਾ ਦਬਾਅ ਹੀ ਆ ਜਿਹੜਾ ਇਸ ਘੋਲ ਨੂੰ ਖੜਾ ਰੱਖ ਸਕੂਗਾ। ਜੇ ਤੁਸੀਂ ਵੱਡੀ ਗਿਣਤੀ 'ਚ ਇੱਥੇ ਆਓਗੇ ਤਾਂ ਕੋਈ ਵੀ ਆਗੂ ਕਿਸੇ ਆਸੇ-ਪਾਸੇ ਜਾਣ ਦੀ ਜ਼ਰੂਰਤ ਨਹੀਂ ਕਰੂਗਾ। ਸੋ ਵੱਧ ਤੋਂ ਵੱਧ ਗਿਣਤੀ 'ਚ ਆਓ, ਹੌਸਲੇ ਨਾਲ ਛੱਡੋ, ਚੜ੍ਹਦੀਆਂ ਕਲਾਂ 'ਚ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।